ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਸਿੰਧਵੀ ਤਰਹਿ ਦੂਜੀ ਸੋਲਹਿ, ਗੱਜੇ ਨਿਰੰਦਰ ਰਸਾਏ ਕੈ, ਗੁਣ ਬਾਨ ਪੰਚ ਚੜਾਏ ਕੈ। ਧੁਨ ਰਹਿਓ ਪੂਰ ਸਮਾਏ ਕੈ, ਚੱਕ ਰਹਿਓ ਅਸੁਰ ਲੱਜਾਏ ਕੈ। ਗੱਜੇ ਨਰਿੰਦਰ ਰਸਾਏ ਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਸਰਬਲੋ ਅਵਤਾਰ ਤੇ ਬੀਰਜਨਾਥ ਦੇ ਯੁੱਧ ਦਾ ਵਰਣਨ ਸਰਬਲੋ ਪ੍ਰਕਾਸ਼ ਗ੍ਰੰਥ ਦੀ ਬਾਣੀ ਵਿੱਚ ਕਰ ਰਹੇ ਨੇ। ਆਓ ਪਿਆਰ ਦੇ ਨਾਲ ਸਰਵਣ ਕਰਕੇ ਲਾਹੀ ਪ੍ਰਾਪਤ ਕਰੀਏ ਜੀ। ਬਿਸਨ ਪਾਦ ਸਿੰਧਵੀ ਤਰਹਿ ਦੂਜੀ ਸੋਲਹਿ। ਮਹਾਰਾਜ ਕਲਗੀਧਰ ਜੀ ਸੋਲਹਿ ਉਚਾਰਦੇ ਪਏ ਨੇ। ਇਹਦੇ ਵਿੱਚ ਗੁਰੂ ਖਾਲਸਾ ਜੀ 16 ਛੰਦ ਆਉਣਗੇ। ਸਿੰਧਵੀ ਰਾਗ ਦੇ ਵਿੱਚ ਜਿਵੇਂ ਉਪਰੋਕਤ ਸ਼ਬਦ ਆਇਆ ਸੀ ਉਹਦੇ ਨਾਲੋਂ ਥੋੜਾ ਜਿਹਾ ਫਰਕ ਪਾ ਕੇ ਲੈ ਚਾਲ ਤਾਲ ਦਾ ਤੇ ਮਹਾਰਾਜ ਕਲਗੀਧਰ ਜੀ ਕਿਰਪਾ ਕਰਦੇ ਪਏ ਨੇ। ਗੱਜੇ ਨਰਿੰਦਰ ਰਸਾਏ ਕੈ। ਮਹਾਰਾਜ ਕਲਗੀਧਰ ਜੀ ਕਹਿੰਦੇ ਸਰਬਲੋ ਭਗਵਾਨ ਜੋ ਨਰਾਂ ਦੇ ਮਾਲਕ ਨੇ, ਜਨਾਂ ਦੇ ਮਾਲਕ ਨੇ, ਉਹ ਗੱਜੇ ਹਨ ਗੁੱਸੇ ਵਿੱਚ ਆ ਕਰਕੇ। ਗੁਣ ਬਾਨ ਪਰਚ ਚੜਾਏ ਕੈ। ਹਾਂ, ਪੰਚਦਾਰ ਹੁੰਦਾ ਏ ਧਨਕ ਤੇ ਗੁਣਦਾਰ ਹੁੰਦਾ ਏ ਤੰਦੀ। ਤੇ ਧਨਕ ਦੇ ਉੱਪਰ ਤੰਦੀ ਤੇ ਤੰਦੀ ਦੇ ਵਿੱਚ ਤੀਰ ਚੜਾ ਕਰਕੇ, ਭਾਵ ਤੀਰ ਤੇ ਕਮਾਨ ਨੂੰ ਤਿਆਰ ਬਰ ਤਿਆਰ ਕਰਕੇ ਗੱਜੇ ਹਨ। ਧੁਨ ਰਹਿਓ ਪੂਰ ਸਮਾਏ ਕੈ। ਜਿਸ ਵਕਤ ਸਰਬਲੋ ਭਗਵਾਨ ਜੀ ਗੱਜੇ ਨੇ ਤੇ ਜਿਹੜੀ ਸਰਬਲੋ ਭਗਵਾਨ ਦੀ ਗੱਜਣ ਦੀ ਧੁਨੀ ਸੀ ਉਹ ਸਾਰੇ ਪਾਸੇ ਪੂਰ ਰਹੀ ਹੈ, ਸਮਾ ਰਹੀ ਹੈ। ਧੁਨ ਰਹਿਓ ਪੂਰ ਸਮਾਇਕ ਹੈ। ਪੂਰ ਮੈਨੇ ਪੂਰੇ ਤਰੀਕੇ ਨਾਲ ਸਮਾ ਕਰਕੇ ਧੁਨੀ ਹਰੇਕ ਥਾਂ ਤੇ ਛਾਈ ਹੈ ਭਗਵਾਨ ਸਰਬਲੋ ਦੀ। ਚੱਕ ਰਹਿਓ ਅਸੁਰ ਲੱਜਾਏ ਕੈ। ਜਿਸ ਵਕਤ ਸਰਬਲੋ ਭਗਵਾਨ ਦੀ ਗੜਗੱਜ ਸੁਣੀ ਤੇ ਉਸ ਵਕਤ ਜਿਹੜਾ ਬੀਰਜਨਾਥ ਸੀ ਉਹ ਲੱਜਾ ਦੀ ਸਹਿ ਧੂ ਕਰਕੇ ਰਹਿ ਗਿਆ। ਧਰ ਹਰਿਓ ਕੰਪਰ ਮਾਵਲੀ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿ ਧਰ ਹਰਿਓ ਕੰਬਿਆ ਹੈ ਤੇ ਕਾਂਬੇ ਦੇ ਨਾਲ ਰੋਮਾਵਲੀ ਰੋਮ ਆਵਲੀ, ਸਰੀਰ ਦੇ ਉੱਪਰ ਜਿੰਨੇ ਰੋਮ ਨੇ ਉਹਨਾਂ ਦੀ ਜੋ ਲੜੀ ਹੈ, ਭਾਵ ਸਾਰੇ ਸਰੀਰ ਤੇ ਰੋਮ ਨੇ, ਉਹ ਵੀ ਕੰਬ ਮੈਨੇ ਕੰਬ ਗਏ ਹਨ ਤੇ ਕਾਂਬੇ ਦੇ ਨਾਲ ਰੁਮਾਵਲੀ ਵੀ ਕੰਬ ਗਈ ਹੈ। ਜਾਕ ਲੱਗਿਓ ਨਿਸ਼ਚਰ ਰਾਵਲੀ। ਹਾਂ, ਨਿਸ਼ਚਰ ਰਾਵਲੀ, ਨਿਸ਼ਚਰ ਦੰਤਾਂ ਦਾ ਜੋ ਰਾਵਲੀ ਰਾਜਾ ਹੈ ਉਸ ਦੇ ਤਾਈਂ ਟਕ ਟਕੀ ਲੱਗ ਗਈ ਸਰਬਲੋ ਭਗਵਾਨ ਦੀ ਆਵਾਜ਼ ਨੂੰ ਸੁਣ ਕਰਕੇ। ਔਰ ਰੁਮਾਵਲੀ ਰਾਰੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ ਹੈ, ਉਚਾਰਨ ਔਂਕੜ ਦਾ ਹੋਵੇਗਾ ਤੇ ਲੱਗਿਓ ਜ ਨੂੰ ਔਂਕੜ ਹੈ, ਉਚਾਰਨ ਲੱਗਿਓ ਹੋਵੇਗਾ। ਹੀ ਫਟਿਓ ਧੁਨ ਸੁਨ ਦਹਲਿਓ। ਹਾਂ, ਧੁਨੀ ਨੂੰ ਸੁਣ ਕਰਕੇ ਹਿਰਦਾ ਜਿਹੜਾ ਫਟ ਗਿਆ ਹੈ, ਕੰਬ ਗਿਆ ਹੈ ਬੀਰਜਨਾਥ ਦਾ। ਠੱਗ ਲੱਗੀ ਪਗ ਨਹਿ ਹਹਲਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਹੈਰਾਨੀ ਜਿਹੀ ਲੱਗ ਗਈ ਹੈ, ਪਗ ਨਹਿ ਹਾਲਿਓ। ਤੇ ਉਸ ਦਾ ਪੈਰ ਜਿਹੜਾ ਉਹ ਹਿੱਲਦਾ ਨਹੀਂ, ਜਿੱਥੇ ਪੈਰ ਲੱਗਾ ਉੱਥੇ ਲੱਗਾ ਹੈ, ਹਲਿਓ ਮੈਨੇ ਹਿਲਦਾ ਨਹੀਂ ਹੈ। ਟਕ ਟਕ ਲੱਗੀ ਤਹ ਆਏ ਕੈ। ਟਕ ਟਕੀ ਲੱਗ ਗਈ ਹੈ, ਜਿੱਧਰ ਨੂੰ ਵੇਖਦਾ ਵੇਖੀ ਜਾ ਰਿਹਾ ਏ। ਜਿੱਥੇ ਬੀਰਜਨਾਥ ਖਲੋਤਾ ਹੈ ਉੱਥੇ ਸ਼ਰਨਾਟਾ ਛਾ ਗਿਆ ਹੈ ਆ ਕਰਕੇ। ਥੱਕ ਭਇਓ ਜੀ ਭਉ ਖਾਏ ਕੈ। ਹਾਂ, ਥੱਕਾ ਹੋਇਆ ਏ, ਹਿਰਦੇ ਵਿੱਚ ਭੈ ਨੂੰ ਖਾ ਕਰਕੇ ਥੱਕ ਗਿਆ ਹੈ। ਸੁਧ ਭੂਲ ਗਈ ਪੈ ਪਾਏ ਕੈ। ਹਾਂ, ਸਰਬਲੋ ਭਗਵਾਨ ਦੀ ਗੜਗੱਜ ਸੁਣ ਕਰਕੇ ਡਰ ਪਾ ਕੇ ਉਹਨੂੰ ਖਬਰ ਭੁੱਲ ਗਈ ਵੀ ਮੈਂ ਕਿੱਥੇ ਖਲੋਤਾ ਹਾਂ। ਬੁੱਧ ਬਿਸਰ ਗਈ ਤਵ ਰਾਏ ਕੈ। ਤਬ ਮੈਨੇ ਤਦੋਂ ਰਾਏ ਮੈਨੇ ਬੀਰਜਨਾਥ ਦੀ ਜਿਹੜੀ ਬੁੱਧੀ ਹੈ
ਉਹ ਵਿਸਰ ਗਈ ਹੈ, ਉਹਨੂੰ ਚੇਤਾ ਹੀ ਭੁੱਲ ਗਿਆ ਹੈ। ਤੱਕ ਭਾਲ ਸਾਇਕ ਮਾਰਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਮੱਥੇ ਵੱਲ ਤੱਕ ਕਰਕੇ ਤੀਰ ਮਾਰਨਾ ਕੀਤਾ ਏ। ਕਹਿ ਬ੍ਰਿਨ ਨਿਸਾਚਰ ਡਾਰਿਓ। ਜ਼ਖਮੀ ਕਰਕੇ ਤੇ ਨਿਸਾਚਰ ਬੀਰਯਨਾਥ ਨੂੰ ਸੁੱਟ ਦਿੱਤਾ ਭਗਵਾਨ ਨੇ। ਤੱਕ ਕਰਕੇ ਮੱਥਾ ਬੀਰਜਨਾਥ ਦਾ ਤੇ ਸਰਬਲੋ ਭਗਵਾਨ ਨੇ ਤੀਰ ਮਾਰਿਆ ਏ। ਤੇ ਬ੍ਰਿਨ ਨਨੇ ਨੂੰ ਸਿਹਾਰੀ ਹੈ ਬ੍ਰਿਨੀ ਦੇ ਅਰਥ ਵਿੱਚ, ਭਾਵ ਜ਼ਖਮੀ ਕਰਕੇ ਬੀਰਜਨਾਥ ਨੂੰ ਧਰਤੀ ਦੇ ਉੱਪਰ ਸੁੱਟ ਦਿੱਤਾ ਏ। ਧਨ ਗੁਰ ਹੈ ਗੋਫਨ ਘਾਇਓ। ਮਹਾਰਾਜ ਕਲਗੀਧਰ ਜੀ ਕਹਿੰਦੇ ਵੱਡੇ ਧਨਕ ਦੇ ਨਾਲ ਤੇ ਵੱਡੇ ਗੋਪੀਏ ਦੇ ਨਾਲ ਵਾਰ ਮਾਰਨਾ ਕੀਤੇ ਹਨ ਸਰਬਲੋ ਭਗਵਾਨ ਨੇ। ਧਨਵਰਾਜ ਰਨ ਮੁਰਛਾਇਓ। ਧਨਵਰਾਜ ਜੋ ਦੈਂਤਾਂ ਦਾ ਰਾਜਾ ਬੀਰਜਨਾਥ ਹੈ, ਉਹ ਜੰਗ ਦੇ ਮੈਦਾਨ ਵਿੱਚ ਮੂਰਛਿਤ ਕਰ ਦਿੱਤਾ ਏ। ਗੁਰ ਹੈ ਵੱਡੇ ਧਨਕ ਤੋਂ ਸਰਬਲੋ ਭਗਵਾਨ ਨੇ ਤੀਰ ਮਾਰੇ ਨੇ ਬੀਰਜਨਾਥ ਨੂੰ। ਤੇ ਗੋਪੀਏ ਵਿੱਚ ਪੱਥਰ ਰੱਖ ਰੱਖ ਕਰਕੇ ਪੱਥਰਾਂ ਦੀ ਮਾਰ ਵਰਸਾਈ ਹੈ ਬੀਰਜਨਾਥ ਦੇ ਉੱਪਰ। ਗਿਰ ਚਾਪ ਧਰਨੀ ਮਹਿ ਪਰਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਬੀਰਜਨਾਥ ਦਾ ਧਨਕ ਵੀ ਉਹਦੇ ਤੀਰ ਵੀ ਧਰਤੀ ਦੇ ਉੱਪਰ ਡਿੱਗ ਪਏ ਹਨ। ਹਾਹਾਕਾਰ ਨਿਸ਼ਚਰ ਉਚਰਿਓ। ਹਾਂ, ਦੈਂਤ ਜਿਹੜਾ ਬੜਾ ਘਬਰਾ ਗਿਆ ਤੇ ਹਾਹਾਕਾਰ ਆਪਣੇ ਮੁਖ ਤੋਂ ਉਚਾਰੀ, ਹਾਏ ਹਾਏ ਕਹਿਣ ਲੱਗ ਪਿਆ, ਇੰਨਾ ਜ਼ਖਮੀ ਹੋ ਗਿਆ। ਬਿਬਚਾਪ ਪੰਚ ਚੜਾਏ ਕੈ। ਹਾਂ, ਫਿਰ ਉਹਨੇ ਆਪਣੇ ਆਪ ਨੂੰ ਸੰਭਾਲਿਆ ਏ ਤੇ ਦੂਜੀ ਕਮਾਨ ਦੇ ਉੱਪਰ ਪੰਚ ਮੈਨੇ ਤੰਦੀ ਚੜਾ ਕਰਕੇ। ਪੰਚ ਦਾ ਗੁਰੂ ਖਾਲਸਾ ਜੀ ਧਨਕ ਵੀ ਮਹਿਣਾ ਹੁੰਦਾ ਏ ਤੇ ਤੰਦੀ ਵੀ ਮਹਿਣਾ ਹੁੰਦਾ ਏ। ਜਥਾ ਪ੍ਰਕਰਨਮ ਤਥਾ ਅਰਥਮ, ਜੈਸਾ ਪ੍ਰਕਰਨ ਹੋਵੇ ਤੈਸਾ ਅਰਥ ਲੱਗ ਜਾਂਦਾ ਏ। ਬਿਬ ਮੈਨੇ ਦੂਜੀ, ਚਾਪ ਮੈਨੇ ਧਨਕ ਦੇ ਉੱਪਰ ਤੰਦੀ ਨੂੰ ਚੜਾ ਕਰਕੇ, ਭਾਵ ਧਨਕ ਨੂੰ ਤਿਆਰ ਬਰ ਤਿਆਰ ਕਰਕੇ। ਕਰ ਧੀਰ ਚਿਤ ਠਹਿਰਾਏ ਕੈ। ਹਿਰਦੇ ਵਿੱਚ ਧੀਰਜ ਧਾਰ ਕਰਕੇ। ਵੀ ਕੀ ਹੋ ਗਿਆ, ਜੇ ਇੱਕ ਵਾਰੀ ਹਾਰ ਗਏ ਐ ਤੇ ਹਾਰ ਜਿੱਤ ਤੇ ਜੰਗ ਦੇ ਮੈਦਾਨ 'ਚ ਹੁੰਦੀ ਰਹਿੰਦੀ ਹੈ। ਕੀ ਹੋ ਗਿਆ ਜੇ ਭਗਵਾਨ ਨੇ ਮੇਰੀਆਂ ਗੋਡੀਆਂ ਲਗਾ ਦਿੱਤੀਆਂ ਨੇ। ਫਿਰ ਆਪਣੇ ਮਨ ਵਿੱਚ ਧੀਰਜ ਧਾਰ ਕੇ ਤੇ ਆਪਣੇ ਚਿੱਤ ਹਿਰਦੇ ਨੂੰ ਠਹਿਰਾਏ ਕੈ ਮੈਨੇ ਟਿਕਾ ਕਰਕੇ। ਇੱਥੇ ਗੁਰੂ ਖਾਲਸਾ ਜੀ, ਗਿਆਨੀ ਚੰਦਾ ਸਿੰਘ ਜੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਇਸ ਦੇ ਤੋਸ਼ੇ ਖਾਨੇ ਵਿੱਚ ਸਰਬਲੋ ਜੀ ਦੀ ਇੱਕ ਬਹੁਤ ਸੁੰਦਰ ਬੀੜ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ, ਉਹਦੇ ਵਿੱਚ ਵੀ ਠਹਿਰਾਏ ਕੈ ਪਾਠ ਹੈ। ਠੱਠਾ ਹਾਹਾ, ਰਾਰੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਕੱਕੇ ਨੂੰ ਦਲਾਵਾਂ। ਆਪਣੇ ਹਿਰਦੇ ਨੂੰ ਟਿਕਾ ਕਰਕੇ ਗੱਜਿਆ ਹੈ ਫਿਰ ਬੀਰਜਨਾਥ ਜੰਗ ਦੇ ਮੈਦਾਨ ਵਿੱਚ। ਕਰ ਬੱਜਰ ਪਾਤ ਮੁਰਾ ਰਹੀ। ਹਾਂ, ਮੁਰਾਰ ਸਰਬਲੋ ਭਗਵਾਨ ਵੱਲ ਨੂੰ ਇਸ ਨੇ ਬੱਜਰ ਪੱਥਰਾਂ ਦੀ ਜੋ ਮਾਰ ਹੈ ਉਸ ਨੂੰ ਕਰਨਾ ਕੀਤਾ ਹੈ। ਪਾਤ ਮੈਨੇ ਮਾਰਨਾ ਕੀਤਾ ਹੈ। ਬੱਜਰ ਪਾਤ ਕਰ, ਇਦਾਂ ਅਨਵੇਂ ਲੱਗੇਗਾ। ਪਹਾੜਾਂ ਦੇ ਤਾਈਂ ਪੱਥਰਾਂ ਦੇ ਤਾਈਂ ਚੁੱਕ ਚੁੱਕ ਕਰਕੇ ਮੁਰਾਰੀ ਦੀ ਤਰਫ ਨੂੰ ਮਾਰਨਾ ਕੀਤਾ ਏ। ਸਾਰ ਸ਼ਸਤਰ ਤੀਸ਼ਨ ਡਾਰਹੀ। ਹਾਂ, ਤਿੱਖੇ ਤੀਰ ਤੇ ਤਿੱਖੇ ਸ਼ਸਤਰ ਸਰਬਲੋ ਭਗਵਾਨ ਵੱਲ ਨੂੰ ਸੁੱਟਣਾ ਕੀਤੇ ਨੇ, ਚਲਾਉਣਾ ਕੀਤੇ ਨੇ। ਕਰ ਮਲਤ ਕਾਸ਼ਨਾ ਬਸਾਤ ਹੀ। ਹਾਂ, ਸਰਬਲੋ ਭਗਵਾਨ ਨੂੰ ਜਿਹੜਾ ਸ਼ਸਤਰ ਮਾਰਦਾ ਏ ਉਹ ਫੁੱਲਾਂ ਦਾ ਰੂਪ ਧਾਰ ਲੈਂਦਾ ਏ। ਭਗਵਾਨ ਦੇ ਗਲੇ ਵਿੱਚ ਜਾ ਕੇ ਫੁੱਲਾਂ ਦਾ ਹਾਰ ਬਣ ਕੇ ਪੈ ਜਾਂਦਾ ਏ। ਹੱਥ ਮਲਦਾ ਪਿਆ ਏ, ਕੁਝ ਇਹਦਾ ਵਸ ਨਹੀਂ ਚੱਲਦਾ ਪਿਆ ਸਰਬਲੋ ਭਗਵਾਨ ਦੇ ਅੱਗੇ। ਨਹਿ ਸਕਤ ਅਸੁਰ ਪਰਾਤ ਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਇਹਦੇ ਵਿੱਚ ਸ਼ਕਤੀ ਨਹੀਂ ਰਹਿ ਗਈ। ਆਖਰ ਦੈਂਤ ਪਰਾਤ ਮੈਨੇ ਡਿੱਗ ਪਿਆ ਏ, ਆਪਣਾ ਦਿਲ ਛੱਡ ਕੇ ਮੂਰਛਿਤ ਜਿਹਾ ਹੋ ਕੇ ਧਰਤੀ ਦੇ ਉੱਪਰ। ਭਈਹੀਨ ਮਾਇਆ ਆਸੁਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਇਹਦਾ ਮਨੋਬਲ ਵੀ ਕਮਜ਼ੋਰ ਪੈ ਗਿਆ ਏ ਤੇ ਮਾਇਆ ਮੈਨੇ ਜਾਦੂ ਸ਼ਕਤੀ, ਆਸੁਰੀ ਮੈਨੇ ਦੰਤ ਸ਼ਕਤੀ, ਜਿਹੜੀ ਇਹਦੇ ਕੋਲੋਂ ਦੰਤਾਂ ਵਾਲਾ ਕਾਲਾ ਜਾਦੂ ਸੀ ਨਾ, ਉਹ ਵੀ ਕਮਜ਼ੋਰ ਪੈ ਗਿਆ, ਹੀਣਾ ਹੋ ਗਿਆ ਏ। ਸਾਬ ਪ੍ਰਲੈ ਲੈ ਭਉ ਮਾਸੁਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਸਾਰੇ ਤਰੀਕਿਆਂ ਦੇ ਨਾਲ ਬੀਰਜਨਾਥ ਦੀ ਪ੍ਰਲੈ ਹੋ ਗਈ ਹੈ। ਮਨ ਕਰਕੇ ਮਨੋਬਲ ਦੀ ਵੀ ਪ੍ਰਲੈ ਹੋ ਗਈ ਹੈ। ਤਨ ਵੀ ਜ਼ਖਮੀ ਹੋ ਗਿਆ, ਤਨ ਦੇ ਬਲ ਦੀ ਵੀ ਪ੍ਰਲੈ ਹੋ ਗਈ ਹੈ।
ਤੇ ਕਾਲੇ ਜਾਦੂ ਦੀ ਵੀ ਪ੍ਰਲੈ ਹੋ ਗਈ, ਉਹ ਵੀ ਸਾਥ ਛੱਡ ਗਿਆ ਹੈ। ਭੌਮ ਆਸੁਰੀ, ਆਸੁਰੀ ਮੈਨੇ ਦੈਂਤ ਦੀ, ਭੌਮ ਮੈਨੇ ਹੋ ਗਈ ਹੈ। ਸਾਰੇ ਤਰੀਕਿਆਂ ਨਾਲ ਪ੍ਰਲੈ, ਸਾਰੀ ਸ਼ਕਤੀ ਮਨੋਬਲ ਦੀ, ਤਨ ਦੀ, ਕਾਲੇ ਜਾਦੂ ਦੀ, ਉਹ ਪ੍ਰਲੈ ਵਿੱਚ ਲੈ ਮੈਨੇ ਲੀਨ ਹੋ ਗਈ ਹੈ। ਉਹਦੇ ਵਿੱਚ ਮਿਲ ਗਈ ਹੈ ਪ੍ਰਲੈ ਦੇ ਵਿੱਚ। ਭਾਵ ਅਰਥ ਹੈ ਵੀ ਇਹਦੀ ਸਾਰੀ ਸ਼ਕਤੀ ਖਤਮ ਹੋ ਗਈ ਹੈ। ਆਬ ਬਨਿਓ ਜੁਧ ਨਿਦਾਨ ਕੋ, ਮਹਾਰਾਜ ਕਲਗੀਧਰ ਜੀ ਕਹਿੰਦੇ ਉਹਨਾਂ ਨਿਦਾਨ ਦਾ ਯੁੱਧ ਬਣਿਆ ਹੈ। ਬੀਰਜਨਾਥ ਦਾ ਕੋਈ ਚਾਰਾ ਨਹੀਂ, ਟੱਬਰ ਵੀ ਸਾਰੇ ਦੀ ਪਰਲੈ ਹੋ ਗਈ ਹੈ, ਰਾਜ ਸਾਜ ਦੀ ਵੀ ਪਰਲੈ ਹੋ ਗਈ ਹੈ, ਮਨੋਬਲ ਦੀ ਵੀ ਹੋ ਗਈ ਹੈ, ਤਨ ਵੀ ਜ਼ਖਮੀ ਹੋ ਗਿਆ ਹੈ। ਕਾਲਾ ਜਾਦੂ ਜਿਹੜਾ ਦੰਤਾਂ ਵਾਲੀ ਸ਼ਕਤੀ ਸੀ ਉਹ ਵੀ ਛੀਨ ਹੋ ਗਈ ਹੈ, ਉਹ ਵੀ ਕਮਜ਼ੋਰ ਹੋ ਗਈ ਹੈ। ਤੇ ਬੀਰਜਨਾਥ ਨੇ ਮਨ ਵਿੱਚ ਇਹ ਵਿਚਾਰਿਆ ਕਿ ਹੁਣ ਯੁੱਧ ਦਾ ਅੰਤ ਬਣ ਗਿਆ ਹੈ, ਹੁਣ ਸਰਬਲੋ ਭਗਵਾਨ ਯੁੱਧ ਦੇ ਵਿੱਚ ਮੈਨੂੰ ਮਾਰ ਦੇਵੇਗਾ। ਬ੍ਰਿਜਨਾਥ ਘਾਤ ਲੁਝਾਨ ਕੋ, ਮਹਾਰਾਜ ਕਲਗੀਧਰ ਜੀ ਕਹਿੰਦੇ ਹੁਣ ਯੁੱਧ ਦਾ ਅੰਤ ਬਣ ਗਿਆ ਹੈ, ਇੰਜ ਪ੍ਰਤੀਤ ਹੁੰਦਾ ਹੈ। ਬੀਰਜਨਾਥ ਨੂੰ ਘਾਤ ਮਾਰਨ ਵਾਲਾ ਲੁਝਾਨ ਯੁੱਧ ਦਾ ਸਮਾਂ ਬਣ ਗਿਆ ਹੈ। ਹੁਣ ਬੀਰਜਨਾਥ ਨੂੰ ਲੁਝਾਨ ਯੁੱਧ ਦੇ ਕੋ ਦੇ ਮੈਦਾਨ ਵਿੱਚ ਘਾਤ ਮਾਰਨ ਦਾ ਘਾਤ ਮੌਕਾ ਬਣ ਗਿਆ ਏ। ਜਹ ਜਗਤ ਨਾਹ ਪ੍ਰਕਾਸ਼ ਹੈ। ਮਹਾਰਾਜ ਕਲਗੀਧਰ ਜੀ ਉਸ ਸਮੇਂ ਦਾ ਵਾਤਾਵਰਨ ਦੱਸਦੇ ਨੇ ਜਿੱਥੇ ਜੰਗ ਹੋ ਰਿਹਾ ਏ। ਕਹਿੰਦੇ ਉੱਥੇ ਜਗਤ ਦਾ ਪ੍ਰਕਾਸ਼ ਨਹੀਂ ਹੈ। ਜਹ ਜਿੱਥੇ ਜਗਤ ਦਾ ਪ੍ਰਕਾਸ਼ ਨਹੀਂ ਹੈ, ਭਾਵ ਜਗਤ ਪ੍ਰਗਟ ਨਹੀਂ ਹੈ, ਸਾਰਾ ਹੀ ਜਗਤ ਭਗਵਾਨ ਦੇ ਵਿੱਚ ਲੀਨ ਹੋਇਆ ਪਿਆ ਏ। ਸਭ ਲੀਨ ਚਿਦ ਆਕਾਸ਼ ਹੀ। ਹਾਂ, ਸਾਰਾ ਕੁਝ ਚਿਦ ਆਕਾਸ਼, ਚੇਤਨ ਆਕਾਸ਼ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਿੱਚ ਲੀਨ ਹੋਇਆ ਪਿਆ ਹੈ। ਪਰ ਕਿਰਤ ਤਹਿ ਨਾ ਕਲੋਲਹੀ। ਮਹਾਰਾਜ ਕਲਗੀਧਰ ਜੀ ਕਹਿੰਦੇ ਉੱਥੇ ਪ੍ਰਕਿਰਤੀ ਕਲੋਲ ਨਹੀਂ ਕਰਦੀ ਪਈ, ਉੱਥੇ ਜੀਵ ਜੰਤੂ ਆਪਸ ਵਿੱਚ ਖੇਡਾਂ ਨਹੀਂ ਖੇਡਦੇ ਪਏ। ਪ੍ਰਕਿਰਤ ਮੈਨੇ ਕੁਦਰਤ, ਜਿੰਨਾ ਕੁਝ ਦਿਖਾਈ ਦੇ ਰਿਹਾ ਸਾਰਾ ਕੁਦਰਤ ਦਾ ਨਜ਼ਾਰਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਦੀ ਵਡਿਆਈ ਨਹੀਂ ਕਹੀ ਜਾ ਸਕਦੀ। ਜਿੰਨੇ ਪੰਛੀ ਬੋਲ ਰਹੇ ਨੇ, ਜੰਗਲਾਂ ਵਿੱਚ ਜਾਨਵਰ ਦੌੜ ਰਹੇ ਨੇ, ਮਾਰੂ ਥਲਾਂ ਵਿੱਚ, ਮੈਦਾਨਾਂ ਵਿੱਚ ਗੁਰੂ ਖਾਲਸਾ ਜੀ ਹਰਨ ਭੱਜੇ ਫਿਰਦੇ ਨੇ, ਲੋਕ ਵਸਦੇ ਪਏ ਨੇ, ਇਹ ਸਾਰੀ ਕੁਦਰਤ ਦੀ ਖੇਡ ਹੈ ਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਜੰਗ ਹੋ ਰਿਹਾ ਉੱਥੇ ਕੁਦਰਤ ਦੀ ਕਲੋਲ ਖੇਡ ਨਹੀਂ ਹੈ, ਉੱਥੇ ਪਰਲੈ ਹੋਈ ਪਈ ਹੈ, ਪਾਣੀ ਹੀ ਪਾਣੀ ਹੈ। ਸਭ ਵਿਸ਼ਵ ਹਰ ਮਹਿ ਡੋਲਹੀ। ਹਾਂ, ਸਾਰਾ ਸੰਸਾਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਿੱਚ ਲੀਨ ਹੋਇਆ ਏ ਤੇ ਡੋਲਦਾ ਪਿਆ ਏ। ਇਹ ਗੱਲ ਗੁਰੂ ਖਾਲਸਾ ਜੀ ਉਪਨਿਸ਼ਦਾਂ ਵਿੱਚ ਵੀ ਲਿਖੀ ਹੈ। ਜਦੋਂ ਸੰਸਾਰ ਦੀ ਪਰਲੈ ਹੁੰਦੀ ਹੈ ਉਸ ਵਕਤ ਜਿੰਨੇ ਜੀਵਾਂ ਦੇ ਸੂਖਮ ਸਰੀਰ ਨੇ ਉਹ ਸਾਰੇ ਇਕੱਠੇ ਹੋ ਕਰਕੇ ਇੱਕ ਸੋਇਨੇ ਦੇ ਆਂਡੇ ਦਾ ਰੂਪ ਧਾਰ ਲੈਂਦੇ ਨੇ। ਫਿਰ ਜਿੰਨੇ ਜੀਵਾਂ ਦੇ ਚੰਗੇ ਮਾੜੇ ਕਰਮ ਸੰਸਕਾਰ ਨੇ, ਪਾਪ ਪੁੰਨ ਨੇ, ਉਹ ਆਂਡੇ ਵਿੱਚ ਡੋਲਦੇ ਨੇ, ਹਿਲਦੇ ਨੇ। ਉਹਨਾਂ ਵਿੱਚ ਜਦ ਕਸ਼ੋਭ ਪੈਦਾ ਹੁੰਦਾ ਏ ਤੇ ਉਸ ਵਕਤ ਉਹ ਆਂਡਾ ਫੁੱਟਦਾ ਏ ਤੇ ਫਿਰ ਸੰਸਾਰ ਦੀ ਰਚਨਾ ਹੁੰਦੀ ਹੈ। ਉਹੀ ਗੱਲ ਮਹਾਰਾਜ ਕਲਗੀਧਰ ਜੀ ਨੇ ਇੱਥੇ ਲਿਖੀ ਹੈ। ਸਾਰੇ ਸੰਸਾਰ ਦੇ ਜਿੰਨੇ ਜਨਮ ਮਰਨ ਦੇ ਸੰਸਕਾਰ, ਪਾਪ ਪੁੰਨ ਨੇ, ਜਿੰਨੇ ਕਰਮ ਨੇ, ਸੰਚਿਤ ਕਰਮ ਨੇ, ਉਹ ਸਾਰੇ ਹਰੀ ਵਿੱਚ ਲੀਨ ਹੋਏ ਡੋਲਦੇ ਫਿਰਦੇ ਨੇ। ਨਹਿਰੈਨ ਦਿਵਸ ਪ੍ਰਕਾਸ਼ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਉੱਥੇ ਐਸਾ ਮੌਕਾ ਬਣਿਆ ਏ, ਨਾ ਉੱਥੇ ਰਾਤ ਹੈ ਨਾ ਉੱਥੇ ਦਿਨ ਦਾ ਹੀ ਪ੍ਰਕਾਸ਼ ਹੈ। ਸਭ ਜੀਵ ਬ੍ਰਹਮ ਨਿਵਾਸ ਹੈ। ਸਾਰੇ ਜੀਵ ਜਿਹੜੇ ਨੇ ਬ੍ਰਹਮ ਵਿੱਚ ਨਿਵਾਸ ਹੀ ਨਿਸ਼ਚੇ ਕਰਕੇ ਨਿਵਾਸ ਵਾਸਾ ਕਰਦੇ ਪਏ ਨੇ। ਚਿਦ ਕਾਸ ਕੇਵਲ ਭਾਸ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਬਸ ਚਿਦ ਕਾਸ, ਚਿਦ ਕਾਸ ਵਿੱਚੋਂ ਐੜਾ ਨਿਕਲੇਗਾ। ਚਿਦਾ ਆਕਾਸ਼, ਚੇਤਨ ਆਕਾਸ਼ਵਤ ਹੀ ਭਾਸਦਾ ਪਿਆ ਹੈ। ਜਿਵੇਂ ਆਕਾਸ਼ ਸਾਰੇ ਥਾਵਾਂ ਤੇ ਵਿਆਪਕ ਹੈ, ਇਦਾਂ ਉਹ ਚੇਤਨ ਸਾਰੇ ਥਾਵਾਂ ਤੇ ਵਿਆਪਕ ਹੈ।
ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਆਕਾਸ਼ਵਤ ਚੇਤਨੀ ਕੇਵਲ ਇਕੱਲਾ ਸਾਰੇ ਥਾਵਾਂ ਤੇ ਭਾਸ ਹੀ ਪ੍ਰਤੀਤ ਹੋ ਰਿਹਾ ਏ। ਪਰ ਬ੍ਰਹਮ ਸੁਤ ਹੈ ਬਿਲਾਸ ਹੈ। ਹਾਂ, ਪਰ ਬ੍ਰਹਮ ਜਿਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ, ਉਸ ਦਾ ਸੁਤੇ ਸਿੱਧ ਐਸਾ ਬਿਲਾਸ ਕੌਤਕ ਹੋ ਰਿਹਾ ਏ। ਤਹ ਦਾਸ ਸੁਆਮੀ ਇਕੱਠੇ। ਹਾਂ, ਕਹਿੰਦੇ ਐਸੇ ਸਮੇਂ ਵਿੱਚ ਦਾਸ ਤੇ ਸੁਆਮੀ ਸਰਬਲੋਕ ਭਗਵਾਨ ਤੇ ਦਾਸ ਬਿਰਜਨਾਥ ਇਕੱਠੇ ਹੋਏ ਨੇ। ਇਹ ਚੋਜ ਭਗਵਤ ਪੇਖਠੇ। ਇਹ ਭਗਵਾਨ ਜੀ ਆਪ ਹੀ ਚੋਜ ਕਰ ਰਹੇ ਨੇ ਬਿਰਜਨਾਥ ਦੇ ਨਾਲ ਜੰਗ ਦਾ ਚੋਜ, ਤੇ ਆਪ ਹੀ ਉਹ ਚੋਜ ਨੂੰ ਪੇਖਟੇ ਮੈਨੇ ਵੇਖ ਰਹੇ ਨੇ। ਸਿਸ ਪਰਚਿਤ ਮ੍ਰਿਤਕਾ ਕਟਕ ਰਚ। ਹਾਂ, ਪ੍ਰਚਿਤ ਪੱਪੇ ਦੇ ਪੈਰ ਵਿੱਚ ਰਾਰਾ ਏ। ਸਿਸ ਪ੍ਰਚਿਤ ਮ੍ਰਿਤਕਾ ਕਟਕ ਰਚ, ਤਿਮ ਪ੍ਰਚਿਤ ਸੁਆਮੀ ਦਾਸ ਮਚ। ਇਹ ਪ੍ਰਚਿਤ ਪਾਠ ਹੈ। ਪਿੰਗਲ ਦੀਆਂ 14 ਮਾਤਰਾ ਦੋਨਾਂ ਪੰਕਤੀਆਂ ਵਿੱਚ ਨੇ। ਇੱਕ ਪੰਕਤੀ ਵਿੱਚ 14, ਦੂਜੀ ਪੰਕਤੀ 'ਚ 14। ਭਾਸ਼ਾ ਦੇ ਅਨੁਸਾਰ ਤੇ ਮਾਤਾ ਭਾਗੋ ਜੀ ਦੇ ਸਥਾਨ ਤੇ ਜੋ ਲਿਖਤੀ ਬੀੜ ਹੈ, ਤੇ ਗਿਆਨੀ ਚੰਦਾ ਸਿੰਘ ਜੀ ਨੇ ਆਪਣੇ ਹਸਤ ਕਮਲਾਂ ਨਾਲ ਜੋ ਲਿਖਤੀ ਬੀੜ ਲਿਖੀ ਹੈ, ਉਹਦੇ ਵਿੱਚ ਪ੍ਰਚਿਤ ਪਾਠ ਹੈ। ਪੱਪੇ ਦੇ ਪੈਰ ਵਿੱਚ ਰਾਰਾ ਹੈ, ਚੱਚੇ ਨੂੰ ਸਿਹਾਰੀ ਹੈ ਤੇ ਤੱਤਾ ਪ੍ਰਚਿਤ। ਇਸ ਤਰੀਕੇ ਨਾਲ ਸਮਝਣਾ ਹੈ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਸਿਸ ਬਾਲਕ ਮ੍ਰਿਤਕਾ ਮਿੱਟੀ ਦੀ ਕਟਕ ਸੈਨਾ ਰਚ ਕਰਕੇ, ਉਹ ਪ੍ਰਚਿਤ ਮੈਨੇ ਖੇਡਦਾ ਹੈ ਨਾ, ਉਹਦੇ ਵਿੱਚ ਪਲਚ ਜਾਂਦਾ ਹੈ। ਮਿੱਟੀ ਦੀ ਸੈਨਾ ਰਚ ਲੈਂਦਾ, ਤੀਲਿਆਂ ਦੀਆਂ ਬੰਦੂਕਾਂ ਬਣਾ ਲੈਂਦਾ, ਬਰਸ਼ੀਆਂ ਬਣਾ ਲੈਂਦਾ। ਜਿਵੇਂ ਬਾਲਕ ਇਸ ਖੇਡ ਵਿੱਚ ਖੇਡਾਂ ਖੇਡਦਾ ਏ, ਇਸ ਵਿੱਚ ਪਲਚਦਾ ਏ। ਤਿਮ ਪ੍ਰਚਿਤ ਸੁਆਮੀ ਦਾਸ ਮਚ। ਇਸੇ ਤਰ੍ਹਾਂ ਦਾਸ ਨਾਲ ਮਚ ਕਰਕੇ ਜੰਗ ਦੇ ਮੈਦਾਨ ਵਿੱਚ ਲੜਾਈ ਕਰਕੇ ਖੇਡ ਕੇ ਸੁਆਮੀ ਸਰਬਲੋ ਜੀ ਇਸ ਯੁੱਧ ਵਿੱਚ ਪਰਚਿਤ ਮੈਨੇ ਪਲਚੇ ਹੋਏ ਨੇ। ਕਰ ਲੀਨ ਜਗਤ ਚਰਾਚਰੰ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਨਨੇ ਜੜ ਚੇਤਨ ਜੀਵ ਨੇ ਉਹ ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲਿਆ। ਪ੍ਰਚਿਤ ਦੋ ਜਗ੍ਹਾ ਤੇ ਆਉਂਦਾ ਏ, ਦੋਨਾਂ ਜਗ੍ਹਾ ਤੇ ਪੱਪੇ ਦੇ ਪੈਰ ਵਿੱਚ ਰਾਰਾ ਏ। ਸਭ ਜੀ ਜੰਤ ਸੁਰਾਸੁਰੰ। ਹਾਂ, ਜਿਨਨੇ ਜੀਵ ਜੰਤੂ ਦੇਵਤੇ ਦੈਂਤ ਸਾਰਿਆਂ ਨੂੰ ਭਗਵਾਨ ਨੇ ਆਪਣੇ ਵਿੱਚ ਲੀਨ ਕਰ ਲੈਣਾ ਕੀਤਾ ਏ। ਨਿਰੰਕਾਰ ਲੀਲਾ ਰੂਪ ਕੈ। ਨਿਰੰਕਾਰ ਨੇ ਲੀਲਾ ਕੀਤੀ ਹੈ ਆਪਣੇ ਰੂਪ ਸੰਸਾਰ ਨੂੰ ਆਪਣੇ ਵਿੱਚ ਲੀਨ ਕਹਿ ਕਰਕੇ। ਨਿਜ ਮਾਹਿ ਲੀਨ ਸਰੂਪ ਕੈ। ਹਾਂ, ਆਪਣੇ ਵਿੱਚ ਆਪਣੇ ਸਰੂਪ ਦੇ ਵਿੱਚ ਲੀਨ ਕਰ ਲੈਣਾ ਕੀਤਾ ਸਾਰੇ ਸੰਸਾਰ ਨੂੰ। ਸਤਿਚਿਤ ਆਨੰਦ ਸਰੂਪ ਵਿੱਚ ਲੀਨ ਕਰ ਲਿਆ ਹੈ ਸਾਰੇ ਸੰਸਾਰ ਦੇ ਤਾਈ। ਜਾਂ ਸਰੂਪ ਮੈਨੇ ਜਗਤ ਦੇ ਤਾਈ ਆਪਣੇ ਵਿੱਚ ਲੀਨ ਕਰਕੇ ਖੇਡ ਖੇਡਣੀ ਕੀਤੀ ਹੈ। ਪਰਕ੍ਰਿਤ ਹਰ ਮਹਿ ਲੀਨ ਭਾ। ਹਾਂ, ਜਿਨੀ ਪ੍ਰਕਿਰਤੀ ਕੁਦਰਤ ਹੈ ਹਰੀ ਦੇ ਵਿੱਚ ਲੀਨ ਹੋਈ ਹੈ। ਸੰਜੀਵ ਭਾਵ ਤਹਿ ਖੀਨ ਭਾ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿੱਥੇ ਜੰਗ ਹੋ ਰਿਹਾ ਹੈ ਨਾ, ਉੱਥੇ ਜੀਵਨ ਭਾਵ ਖਤਮ ਹੋ ਗਿਆ ਹੈ। ਸੰਜੀਵ ਦਾ ਅਰਥ ਹੁੰਦਾ ਸੰਗ ਭਲੀ ਪ੍ਰਕਾਰ ਜੀਵਨ। ਜਿਵੇਂ ਭਲੀ ਪ੍ਰਕਾਰ ਹੁਣ ਆਪਾਂ ਕੁਦਰਤ ਦਾ ਨਜ਼ਾਰਾ, ਕੁਦਰਤ ਦਾ ਜੀਵਨ ਦੇਖਦੇ ਹਾਂ। ਨਾਨਾ ਪ੍ਰਕਾਰ ਦੇ ਜੀਵ ਨੇ, ਉਹ ਆਪਣੀ ਜ਼ਿੰਦਗੀ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਨੇ। ਇਹ ਜੋ ਸੰਜੀਵ ਭਾਵ ਹੈ, ਇੱਕ ਮ੍ਰਿਤਕ ਭਾਵ ਹੈ, ਸਾਰਿਆਂ ਦੀ ਮੌਤ ਹੋ ਜਾਣੀ। ਇੱਕ ਸੰਜੀਵ ਭਾਵ ਹੈ, ਸਾਰਿਆਂ ਨੂੰ ਜੀਵਨ ਦਾਨ ਪ੍ਰਾਪਤ ਹੋ ਜਾਣਾ। ਇੱਥੇ ਭਾਵ ਹੈ ਭੱਬੇ ਨੂੰ ਕਰਨਾ ਤੇ ਵਾਵਾ ਭਾਵ। ਸਾਹਿਬ ਜੀ ਕਹਿੰਦੇ ਉੱਥੇ ਸੰਜੀਵ ਭਾਵ ਜੀਵਨ ਭਾਵ ਖੀਨ ਮੈਨੇ ਨਾਸ਼ ਭਾਵ ਮੈਨੇ ਹੋ ਗਿਆ ਹੈ। ਉੱਥੇ ਜੀਵਨ ਭਾਵ ਨਹੀਂ ਹੈ, ਉੱਥੇ ਪ੍ਰਲੈ ਭਾਵ ਹੈ, ਉੱਥੇ ਮ੍ਰਿਤਕਾ ਭਾਵ ਹੈ। ਸੱਤਾ ਮਾਤਰ ਕੇਵਲ ਭਾਸ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਪਰਮਾਰਥਕ ਸੱਤਾ ਕੇਵਲ ਬ੍ਰਹਮ ਦੀ ਹੀ ਉੱਥੇ ਭਾਸਦੀ ਹੈ। ਮਾਤਰ ਮੈਨੇ ਕੇਵਲ ਤੇ ਸੱਤਾ ਮੈਨੇ ਪਰਮਾਰਥਕ ਸੱਤਾ ਬ੍ਰਹਮ ਦੀ ਹੀ ਭਾਸਦੀ ਹੈ। ਜਾਂ ਪਰਮਾਰਥਕ ਸੱਤਾ ਮਾਤਰ ਕੇਵਲ ਬ੍ਰਹਮ ਹੀ ਉੱਥੇ ਭਾਸਦਾ ਪਿਆ ਹੈ। ਗੁਰੂ ਖਾਲਸਾ ਜੀ 3 ਪ੍ਰਕਾਰ ਦੀ ਸੱਤਾ ਹੁੰਦੀ ਹੈ। ਇੱਕ ਵਿਵਹਾਰਕ ਸੱਤਾ ਹੁੰਦੀ ਹੈ, ਇੱਕ ਪ੍ਰਤਿਭਾਸਕ ਸੱਤਾ ਹੁੰਦੀ ਹੈ, ਤੇ ਇੱਕ ਗੁਰੂ ਖਾਲਸਾ ਜੀ ਪਰਮਾਰਥਕ ਸੱਤਾ ਹੁੰਦੀ ਹੈ। ਵਿਵਹਾਰਕ ਸੱਤਾ ਦਾ ਮਹਿਣਾ ਹੈ ਉਹ ਸੱਤਾ ਜੋ ਵਿਵਹਾਰ ਤੱਕ ਕਾਇਮ ਰਹੇ।
ਜਿੰਨਾ ਚਿਰ ਤੱਕ ਕੁਦਰਤ ਦਾ, ਪ੍ਰਕਿਰਤੀ ਦਾ, ਮਾਇਆ ਦਾ ਵਿਵਹਾਰ ਕਾਇਮ ਰਹਿੰਦਾ ਏ, ਉਹਨਾਂ ਚਿਰ ਤੱਕ ਵਿਵਹਾਰਕ ਸੱਤਾ ਕਾਇਮ ਰਹਿੰਦੀ ਹੈ। ਭਾਵ ਉਤਪੱਤੀ ਤੋਂ ਲੈ ਕਰਕੇ ਪ੍ਰਲੈ ਕਾਲ ਤੱਕ ਇਹ ਵਿਵਹਾਰਕ ਸੱਤਾ ਦਾ ਵਰਤਾਰਾ ਵਰਤਦਾ ਹੈ। ਪ੍ਰਤਿਭਾਸਕ ਸੱਤਾ ਉਹਨੂੰ ਕਹਿੰਦੇ ਨੇ ਜੋ ਕੇਵਲ ਭਾਸਨੇ ਮਾਤਰੀ ਹੋਵੇ। ਜਿਵੇਂ ਸੁਪਨੇ ਵਿੱਚ ਨਾਨਾ ਪ੍ਰਕਾਰ ਦੇ ਜੀਵ ਜੰਤੂ ਦਿਖਾਈ ਦਿੰਦੇ ਨੇ। ਸੁਪਨੇ ਦੇ ਵਿੱਚ ਕਿਧਰੇ ਮੁੰਬਈ, ਕਿਧਰੇ ਕੋਲਕਾਤਾ, ਕਿਧਰੇ ਪੰਜਾਬ, ਦਿੱਲੀ, ਉੱਥੋਂ ਦੇ ਅਨੇਕਾਂ ਤਰੀਕਿਆਂ ਦੇ ਪਦਾਰਥ, ਜੀਵ, ਰਹਿਣ ਸਹਿਣ, ਬਹਿਣ ਸਭ ਕੁਝ ਦਿਖਾਈ ਦਿੰਦਾ ਏ। ਪਰ ਜਦੋਂ ਬੰਦਾ ਜਾਗਦਾ ਏ ਉਸ ਵਕਤ ਨਾ ਉੱਥੇ ਮੁੰਬਈ, ਨਾ ਕਲਕੱਤਾ, ਨਾ ਪੰਜਾਬ, ਦਿੱਲੀ, ਹਰਿਆਣਾ, ਨਾ ਕੋਈ ਉੱਥੋਂ ਦਾ ਰਹਿਣਾ ਸਹਿਣਾ ਬਹਿਣਾ, ਉੱਥੋਂ ਦਾ ਵਿਵਹਾਰ ਕੁਝ ਵੀ ਨਹੀਂ ਹੁੰਦਾ। ਬੰਦਾ ਬਸ ਉਸੇ ਮੰਜੇ ਤੇ ਪਿਆ ਹੁੰਦਾ ਏ ਜਿੱਥੇ ਉਹ ਆਰਾਮ ਕਰ ਰਿਹਾ ਹੁੰਦਾ ਏ। ਇਹ ਸੱਤਾ ਸੁਪਨੇ ਦੀ ਪ੍ਰਤਿਭਾਸਕ ਮੰਨੀ ਗਈ ਹੈ। ਭਾਸਕ ਦਾ ਅਰਥ ਹੁੰਦਾ ਏ ਭਾਸਨਾ। ਜਿਵੇਂ ਗੁਰੂ ਖਾਲਸਾ ਜੀ ਸਿਲਮਿਹਾਲ ਦੇ ਵਿੱਚ ਪਰਦੇ ਦੇ ਉੱਪਰ ਅਨੇਕਾਂ ਤਰੀਕਿਆਂ ਦੇ ਜੀਵ ਭਾਸਦੇ ਨੇ। ਵਾਸਤਵ ਵਿੱਚ ਪਰਦੇ ਵਿੱਚ ਕੁਝ ਨਹੀਂ ਹੁੰਦਾ, ਬਸ ਲਸ਼ਕੋਰ ਵੱਜਦੀ ਹੈ, ਉੱਥੇ ਨਾਨਾ ਪ੍ਰਕਾਰ ਦੇ ਜੀਵ ਦਿਖਾਈ ਦਿੰਦੇ ਨੇ। ਇਦਾਂ ਹੀ ਸੁਪਨੇ ਵਿੱਚ ਊਹਾ ਨਾਮ ਦੀ ਇੱਕ ਗਲੇ ਵਿੱਚ ਨਾੜੀ ਹੈ। ਜਦੋਂ ਪ੍ਰਾਣ ਮਨ ਨੂੰ ਖਿੱਚ ਕਰਕੇ ਊਹਾ ਨਾਮ ਦੀ ਨਾੜੀ ਵਿੱਚ ਵਾੜ ਦਿੰਦੇ ਨੇ, ਉਸ ਵਕਤ ਗੁਰੂ ਖਾਲਸਾ ਜੀ ਮਨ ਨਾਨਾ ਪ੍ਰਕਾਰ ਦੀ ਪ੍ਰਕਿਰਤੀ ਰਚ ਕਰਕੇ ਤੇ ਇੱਕ ਸੁਪਨਾ ਦਿਖਾਉਂਦਾ ਏ। ਉਹ ਪ੍ਰਕਿਰਤੀ ਭਾਸਕ ਭਾਸਨੇ ਮਾਤਰੀ ਹੁੰਦੀ ਹੈ, ਪ੍ਰਤੀਤੀ ਮਾਤਰੀ ਹੁੰਦੀ ਹੈ। ਵਾਸਤਵ ਦੇ ਵਿੱਚ ਉਹ ਕੁਝ ਵੀ ਨਹੀਂ ਹੁੰਦਾ। ਜਿਵੇਂ ਗੁਰੂ ਖਾਲਸਾ ਜੀ ਰੱਸੀ ਪਈ ਹੋਵੇ ਤੇ ਰਾਤ ਦੇ ਹਨੇਰੇ ਕਰਕੇ ਭਰਮ ਪੈ ਜਾਵੇ ਕਿ ਇਹ ਸੱਪ ਹੈ। ਜਿਹੜਾ ਭਰਮ ਵਾਲਾ ਸੱਪ ਹੁੰਦਾ ਏ ਉਹ ਪ੍ਰਤੀਤੀ ਮਾਤਰ ਤੋਂ ਇਲਾਵਾ ਵਾਸਤਵ ਵਿੱਚ ਕੁਝ ਨਹੀਂ ਹੁੰਦਾ। ਇਸੇ ਤਰੀਕੇ ਦੇ ਨਾਲ ਇੱਕ ਪਰਮਾਰਥਕ ਸੱਤਾ ਹੁੰਦੀ ਹੈ। ਪਰਮਾਰਥ ਦਾ ਅਰਥ ਹੁੰਦਾ ਏ ਅਸਲ। ਸਾਰੇ ਸੰਸਾਰ ਦੀ ਜੋ ਅਸਲ ਸੱਤਾ ਏ ਉਹ ਕਿਹਦੀ ਹੈ? ਬ੍ਰਹਮ ਦੀ, ਜੋ ਉਤਪੱਤੀ ਕਾਲ ਵਿੱਚ ਵੀ ਹੈ, ਜੀਵਨ ਕਾਲ ਵਿੱਚ ਵੀ ਹੈ ਤੇ ਪ੍ਰਲੈ ਕਾਲ ਵਿੱਚ ਵੀ ਹੈ। ਜੋ ਤਿੰਨਾਂ ਕਾਲਾਂ ਵਿੱਚ ਹੋਵੇ ਉਹਨੂੰ ਗੁਰੂ ਖਾਲਸਾ ਜੀ ਪਰਮਾਰਥ ਅਸਲ ਸੱਤਾ ਕਹਿੰਦੇ ਨੇ। ਸਾਡੇ ਜਨਮ ਤੋਂ ਪਹਿਲਾਂ ਵੀ ਬ੍ਰਹਮ ਸੀ। ਸਾਡੀ ਜ਼ਿੰਦਗੀ ਵਿੱਚ ਵੀ ਆਪ ਮਰੈ ਪਰਲੋ ਸੰਸਾਰਾ। ਜਿੱਦਣ ਅਸੀਂ ਮਰ ਗਏ ਸੰਸਾਰ ਦੀ ਪਰਲੋ ਸਾਡੇ ਵਾਸਤੇ ਹੋ ਜਾਣੀ ਹੈ। ਰੱਬ ਉਦੋਂ ਵੀ ਹੋਣਾ ਹੈ। ਜਦੋਂ ਜਗਤ ਨਹੀਂ ਸੀ ਉਦੋਂ ਵੀ ਰੱਬ ਸੀ, ਜਦੋਂ ਜਗਤ ਹੈ ਉਦੋਂ ਵੀ ਰੱਬ ਹੈ, ਤੇ ਜਦੋਂ ਗੁਰੂ ਖਾਲਸਾ ਜੀ ਪ੍ਰਲੈ ਹੋ ਗਈ ਉਦੋਂ ਵੀ ਰੱਬ ਨੇ ਰਹਿਣਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਹੈ ਪਰਮਾਰਥਕ ਸੱਤਾ। ਇਸ ਲਈ ਗੁਰੂ ਖਾਲਸਾ ਜੀ ਤਿੰਨ ਤਰੀਕੇ ਦੀਆਂ ਸੱਤਾ ਵਿਦਵਾਨਾਂ ਨੇ ਮੰਨੀਆਂ ਨੇ। ਵੇਦਾਂਤੀਆਂ ਨੇ ਵੇਦਾਂਤ ਦੇ ਪੁਸਤਕਾਂ ਦੇ ਵਿੱਚ ਕਥਨ ਕੀਤੀਆਂ ਨੇ। ਸੱਚੇ ਪਾਤਸ਼ਾਹ ਜੀ ਨੇ ਉਹ ਇਸ਼ਾਰਾ ਇੱਥੇ ਕੀਤਾ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇ ਇੱਕ ਪਰਮਾਰਥਕ ਸੱਤਾ ਮਾਤਰ ਹੀ ਕੇਵਲ ਬ੍ਰਹਮ ਭਾਸਦਾ ਪਿਆ ਹੈ। ਪਰਮਾਰਥਕ ਸੱਤਾ ਕੇਵਲ ਇੱਕ ਬ੍ਰਹਮ ਦੀ ਹੀ ਉੱਥੇ ਭਾਸਦੀ ਪਈ ਹੈ। ਚਿਦਾਕਾਸ ਸਵ ਪ੍ਰਕਾਸ਼ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਬਸ ਚੇਤਨ ਹੀ ਆਕਾਸ਼ਵਤ ਸਾਰੇ ਪਾਸੇ ਸਮਾਇਆ ਹੋਇਆ ਹੈ ਤੇ ਸਵ ਪ੍ਰਕਾਸ਼ ਹੀ ਆਪਣੇ ਆਪ ਪ੍ਰਕਾਸ਼ ਕਰ ਰਿਹਾ ਹੈ। ਚੇਤਨ ਦੀ ਜੋਤ ਜਗਦੀ ਪਈ ਹੈ ਚਾਰੇ ਹੀ ਪਾਸੇ। ਵਿਸਵ ਲੈ ਵਿਸਵ ਬੈਰਾਟ ਮੈਂ। ਵਿਸਵ ਮੈਨੇ ਸੰਸਾਰ ਤੇ ਵਿਸਵ ਬੈਰਾਟ ਮੈਨੇ ਭਗਵਾਨ, ਜੋ ਸੰਸਾਰ ਦਾ ਮਾਲਕ ਹੈ, ਜੋ ਵਿਸਵ ਸੰਸਾਰ ਦਾ ਬੈਰਾਟ ਸਰੂਪ ਧਾਰਨ ਕਰਦਾ ਹੈ। ਵਿਸਵ ਬੈਰਾਟ ਮੈਨੇ ਬ੍ਰਹਮ ਵਿੱਚ ਸੰਸਾਰ ਜਿਹੜਾ ਲੀਨ ਹੋ ਗਿਆ ਏ। ਸਭ ਬ੍ਰਹਮ ਲੀਨ ਪਰਮਾਤਮਾ। ਹਾਂ, ਜੋ ਪਰਮਾਤਮਾ ਹੈ, ਸਾਰੇ ਮਨਾਂ ਨੂੰ ਕਾਬੂ ਕਰਨ ਵਾਲਾ ਵੱਡਾ ਉਹ ਆਤਮ ਸਰੂਪ ਬ੍ਰਹਮ ਸਰੂਪ ਹੈ।
ਤੇ ਉਸ ਬ੍ਰਹਮ ਦੇ ਵਿੱਚ ਸਾਰਾ ਕੁਝ ਲੀਨ ਹੋ ਗਿਆ ਏ। ਜਲਾਭਾਸ ਜਲ ਮਹਿ ਦਿਸਹੀ। ਜਲਾਭਾਸ ਮੈਨੇ ਜੀਵ, ਜਲ ਦਾ ਅਰਥ ਲੈਣਾ ਏ ਬ੍ਰਹਮ। ਇਹ ਗੁਰੂ ਖਾਲਸਾ ਜੀ ਲਕਸ਼ ਅਰਥ ਹੈ। ਸੋ ਗੁਰੂ ਖਾਲਸਾ ਜੀ ਇੱਕ ਲਕਸ਼ਣਾ ਬਿਰਤੀ, ਇੱਕ ਸ਼ਕਤੀ ਬਿਰਤੀ ਹੁੰਦੀ ਹੈ। ਸ਼ਕਤੀ ਬਿਰਤੀ ਦਾ ਮੀਨਿੰਗ ਹੁੰਦਾ ਏ ਜੋ ਸਿੱਧਾ ਅਰਥ, ਜਿਵੇਂ ਕੁਰਸੀ ਸ਼ਬਦ ਕਹਿਣੇ ਕਰਕੇ ਕੁਰਸੀ ਦਾ ਗਿਆਨ ਹੋ ਜਾਂਦਾ ਹੈ। ਕੁਰਸੀ ਸ਼ਬਦ ਵਿੱਚ ਸ਼ਕਤੀ ਹੈ ਕਿ ਕੁਰਸੀ ਸ਼ਬਦ ਆਪਣੇ ਅਰਥ ਦੀ ਪ੍ਰਤੀਤੀ ਕਰਾ ਦਿੰਦਾ ਹੈ। ਇੱਕ ਲਕਸ਼ਣਾ ਬਿਰਤੀ, ਲਕਸ਼ਣਾ ਬਿਰਤੀ ਦਾ ਅਰਥ ਹੁੰਦਾ ਏ ਵੀ ਘੁਮਾ ਫਰਾ ਕਰਕੇ ਅਰਥ ਕਰਨੇ। ਜਿਵੇਂ ਗੁਰੂ ਖਾਲਸਾ ਜੀ ਪਰੰਪਰਾ ਕੇ ਸਾਥ ਅਰਥ ਕਰਨਾ, ਇਹ ਵਿਦਾਂਤ ਦੇ ਪੁਸਤਕਾਂ ਵਿੱਚ ਲਿਖਿਆ ਹੈ। ਜਿਵੇਂ ਕਹਿਣਾ ਕਿ ਰਾਮ ਦਾ ਘਰ ਗੰਗਾ ਦੇ ਵਿੱਚ ਹੈ। ਹੁਣ ਗੰਗਾ ਦੇ ਵਿੱਚ ਤੇ ਘਰ ਹੋ ਨਹੀਂ ਸਕਦਾ, ਤਾਂ ਗੰਗਾ ਦਾ ਜਿਹੜਾ ਕਿਨਾਰਾ ਹੈ ਉੱਥੇ ਰਾਮ ਦਾ ਘਰ ਹੋਵੇਗਾ। ਜੋ ਸ਼ਬਦ ਕਿਹਾ ਗਿਆ ਪਰੰਪਰਾ ਦੇ ਨਾਲ, ਉਸ ਸ਼ਬਦ ਦੇ ਨਾਲ ਜਿਹਦਾ ਸੰਬੰਧ ਹੈ ਉਹਨੂੰ ਗ੍ਰਹਿਣ ਕਰਨਾ, ਇਹਨੂੰ ਲਕਸ਼ਣ ਕਹਿੰਦੇ ਨੇ। ਜਿਵੇਂ ਕਿਸੇ ਨੇ ਕਿਹਾ ਰਾਮ ਸਿੰਘ ਦਾ ਘਰ ਗੰਗਾ ਦੇ ਵਿੱਚ ਹੈ। ਹੁਣ ਗੰਗਾ ਦੇ ਵਿੱਚ ਰਾਮ ਸਿੰਘ ਦਾ ਘਰ ਹੋ ਨਹੀਂ ਸਕਦਾ, ਉਹਦਾ ਘਰ ਕਿੱਥੇ ਹੋਵੇਗਾ? ਗੰਗਾ ਦੇ ਕਿਨਾਰੇ ਤੇ। ਪਰੰਪਰਾ ਦੇ ਨਾਲ ਗੰਗਾ ਦੇ ਪਾਣੀ ਦਾ ਸੰਬੰਧ ਕਿਨਾਰੇ ਦੇ ਨਾਲ ਹੈ। ਕਿਹਾ ਕਿ ਰਾਮ ਸਿੰਘ ਦਾ ਘਰ ਗੰਗਾ ਵਿੱਚ ਹੈ, ਪਰ ਪਰੰਪਰਾ ਕੇ ਸਾਥ ਗੰਗਾ ਦੇ ਕਿਨਾਰੇ ਦਾ ਸੰਬੰਧ ਗੰਗਾ ਨਾਲ ਹੈ। ਅਰਥ ਗ੍ਰਹਿਣ ਕਰ ਲਿਆ ਵੀ ਗੰਗਾ ਦੇ ਕਿਨਾਰੇ ਤੇ ਰਾਮ ਸਿੰਘ ਦਾ ਘਰ ਹੈ। ਇਹ ਗੁਰੂ ਖਾਲਸਾ ਜੀ ਲਕਸ਼ਣਾ ਬਿਰਤੀ, ਜੈਤੀ ਅਜੈਤੀ ਦੇ ਭਾਗ ਤਿਆਗ ਲਕਸ਼ਣਾ, ਇਹ ਵੀ 3 ਪ੍ਰਕਾਰ ਦੀ ਹੈ, ਵਿਦਾਂਤ ਦੇ ਪੁਸਤਕਾਂ ਵਿੱਚ ਲਿਖੀ ਹੈ। ਸੋ ਕਹਿਣ ਤੋਂ ਭਾਵ ਹੈ ਜਲ ਦਾ ਜੇ ਸ਼ਕਤੀ ਬਿਰਤੀ ਨਾਲ ਅਰਥ ਵੇਖਿਆ ਜਾਵੇ ਤਾਂ ਪਾਣੀ ਹੋਵੇਗਾ। ਜੇ ਜਲ ਦਾ ਜੇ ਲਕਸ਼ਣਾ ਬਿਰਤੀ ਕਰਕੇ ਅਰਥ ਕਰੀਏ ਤੇ ਜਲ ਜਿਹੜਾ ਹੈ ਉਹ ਗੁਰੂ ਖਾਲਸਾ ਜੀ ਸਾਰਿਆਂ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿੱਥੇ ਮਰਜੀ ਜਲ ਨੂੰ ਲੀਨ ਕਰ ਦਈਏ। ਬ੍ਰਹਮ ਜਿਹੜਾ ਹੈ ਉਹ ਵੀ ਗੁਰੂ ਖਾਲਸਾ ਜੀ ਸਾਰੇ ਜੀਵਾਂ ਵਿੱਚ ਲੀਨ ਹੋ ਜਾਂਦਾ ਹੈ। ਲੀਨ ਹੋਇਆ ਏ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਛੋਟਾ ਏ, ਕੋਈ ਵੱਡਾ ਏ, ਕੋਈ ਜੰਗਲ ਹੈ, ਕੋਈ ਪੱਥਰ ਹੈ, ਸਾਰੇ ਥਾਵਾਂ ਤੇ ਬ੍ਰਹਮ ਸਮਾਇਆ ਹੋਇਆ ਹੈ। ਇਹ ਜਲ ਦਾ ਤੇ ਬ੍ਰਹਮ ਦਾ ਲਕਸ਼ਣ ਰਲ ਗਿਆ। ਇਸ ਵਾਸਤੇ ਜਲ ਦਾ ਅਰਥ ਹੈ ਬ੍ਰਹਮ। ਫਿਰ ਗੁਰੂ ਖਾਲਸਾ ਜੀ ਜਿਹੜਾ ਜਲ ਹੈ ਉਹ ਧਰਤੀ ਦੇ ਵਿੱਚ ਵਿਆਪਕ ਹੈ। 30% ਥਲ ਹੈ, 70% ਜਲ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੀ ਸਾਰੇ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਮਾਇਆ ਥੋੜੀ ਹੈ, ਬ੍ਰਹਮ ਜ਼ਿਆਦਾ ਹੈ। ਜਿਵੇਂ ਜਲ ਜ਼ਿਆਦਾ ਹੈ, ਥਲ ਥੋੜਾ ਹੈ, ਇਹ ਵੀ ਲਕਸ਼ਣ ਰਲ ਗਿਆ ਹੈ। ਇਦਾਂ ਗੁਰੂ ਖਾਲਸਾ ਜੀ ਲਕਸ਼ਣਾ ਬਿਰਤੀ ਕਰਕੇ ਜਲ ਦਾ ਅਰਥ ਬ੍ਰਹਮ ਸਮਝਣਾ ਹੈ। ਸੋ ਜਲਾਭਾਸ, ਜਲ ਮੈਨੇ ਬ੍ਰਹਮ ਦਾ ਆਭਾਸ ਕੌਣ ਹੈ? ਜੀਵ। ਤੋ ਜਲਾਭਾਸ ਦਾ ਅਰਥ ਹੈ ਜੀਵ ਤੇ ਜਲ ਦਾ ਅਰਥ ਹੈ ਬ੍ਰਹਮ। ਸਾਰੇ ਜੀਵ ਬ੍ਰਹਮ ਦੇ ਵਿੱਚ ਦਿਸਦੇ ਪਏ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹਨਾਂ ਤੁਕਾਂ ਦੀ ਵਿਆਖਿਆ ਰੂਪ ਵਿੱਚ ਹੀ ਮਹਾਰਾਜ ਨੇ ਇਹ ਸ਼ਬਦ ਉਚਾਰੇ ਨੇ। ਪ੍ਰਲੈ ਕਾਲ ਵਿੱਚ ਸਾਰੇ ਜੀਵ ਬ੍ਰਹਮ ਵਿੱਚ ਹੀ ਦਿਖਾਈ ਦਿੰਦੇ ਨੇ, ਭਾਵ ਬ੍ਰਹਮ ਵਿੱਚ ਹੀ ਲੀਨ ਹੋਏ ਪਏ ਨੇ। ਜਲ ਰੂਪ ਮੈਂ ਜਲ ਈਸ ਹੀ, ਜਲ ਰੂਪ ਮੈਨੇ ਜੀਵ ਤੇ ਜਲ ਈਸ਼ ਮੈਨੇ ਜੀਵਾਂ ਦਾ ਜੋ ਮਾਲਕ ਬ੍ਰਹਮ ਹੈ, ਜੋ ਪਾਣੀ ਦਾ ਮਾਲਕ ਹੈ। ਜਲ ਰੂਪ ਇਹ ਗੁਰੂ ਖਾਲਸਾ ਜੀ ਜੀਵ ਦਾ ਅਰਥ ਹੈ। ਕਿਉਂਕਿ ਇੱਕ ਜਲ ਬੂੰਦ ਰੂਪ ਹੁੰਦਾ ਏ, ਇੱਕ ਜਲ ਸਮੁੰਦਰ ਰੂਪ ਹੁੰਦਾ ਏ। ਜੋ ਬੂੰਦ ਰੂਪ ਹੈ ਬ੍ਰਹਮ ਉਹ ਜੀਵ ਹੈ। ਜੋ ਸਮੁੰਦਰ ਰੂਪ ਬ੍ਰਹਮ ਹੈ ਉਹ ਵਿਆਪਕ ਇੱਕ ਵੱਖਰੀ ਹਸਤੀ ਦਾ ਮਾਲਕ, ਸਾਰੀ ਲੁਕਾਈ ਦੇ ਤਾਈਂ ਚੇਤਨ ਸੱਤਾ ਦੇਣ ਵਾਲਾ ਹੈ। ਜਲ ਰੂਪ ਦਾ ਅਰਥ ਜੀਵ ਤੇ ਜਲ ਈਸ ਮੈਨੇ ਸਮੁੰਦਰ, ਜੋ ਜੀਵਾਂ ਦਾ ਸਮੁੰਦਰ, ਭਾਵ ਲੁਕਾਈ ਦਾ ਮਾਲਕ ਬ੍ਰਹਮ।
ਸਿੱਧਾ ਅਰਥ ਜਲ ਰੂਪ ਦਾ ਜੀਵ ਤੇ ਜਲ ਈਸ ਦਾ ਬ੍ਰਹਮ। ਜਿਹੜਾ ਜੀਵ ਹੈ ਉਹ ਬ੍ਰਹਮ ਰੂਪ ਹੋ ਕਰਕੇ ਦਿਖਾਈ ਦਿੰਦੇ ਪਏ। ਮੈਨੇ ਸਰੂਪ ਜਿੰਨੇ ਜੀਵ ਨੇ ਉਹ ਸਾਰੇ ਬ੍ਰਹਮ ਸਰੂਪ ਹੋ ਕਰਕੇ ਉੱਥੇ ਦਿਖਾਈ ਦਿੰਦੇ ਪਏ ਨੇ ਜਿੱਥੇ ਜੰਗ ਹੋ ਰਿਹਾ ਏ। ਆਸ ਈਸ ਮਨ ਹੈ ਵਿਚਾਰ ਕੈ। ਮਹਾਰਾਜ ਕਲਗੀਧਰ ਜੀ ਨੇ ਇਹ ਵਾਤਾਵਰਨ ਦੱਸਿਆ ਏ ਜਿੱਥੇ ਜੰਗ ਹੋ ਰਿਹਾ ਏ। ਸਰਬਲੋ ਭਗਵਾਨ ਤੇ ਬੀਰਜਨਾਥ ਦਾ ਜੋ ਪ੍ਰਕਰਨ ਹੈ ਉਹ ਸਤ ਛੰਦ ਤੋਂ ਚੱਲ ਰਿਹਾ ਏ। ਅਬ ਬਨਿਓ ਜੁਧ ਨਿਦਾਨ ਕੋ ਬੀਰਜਨਾਥ ਘਾਤ ਲੁਝਾਨ ਕੋ। ਬੀਰਜਨਾਥ ਨੇ ਜਾਣਿਆ ਹੈ ਕਿ ਇਹ ਹੁਣ ਅੰਤਲਾ ਯੁੱਧ ਹੈ। ਕਲਗੀਧਰ ਜੀ ਕਹਿੰਦੇ ਇਹ ਹੁਣ ਅੰਤਲਾ ਯੁੱਧ ਹੈ। ਯੁੱਧ ਦੇ ਮੈਦਾਨ ਵਿੱਚ ਬੀਰਜਨਾਥ ਦਾ ਘਾਤ ਮੈਨੇ ਨਾਸ਼ ਹੋਵੇਗਾ। ਤੇ ਇਹ ਗੱਲ ਮਨ ਵਿੱਚ ਸਰਬਲੋ ਭਗਵਾਨ ਨੇ ਵਿਚਾਰਨਾ ਕੀਤੀ ਹੈ। ਇਸ ਤਰੀਕੇ ਦੇ ਨਾਲ ਇਹ ਪ੍ਰਕਰਨ ਨੂੰ ਜੋੜਨਾ ਹੈ। ਅਬ ਬਣਿਓ ਯੁੱਧ ਨਿਦਾਨ ਕੋ। ਸਰਬਲੋ ਭਗਵਾਨ ਨੇ ਮਨ ਵਿੱਚ ਵਿਚਾਰਨਾ ਕੀਤਾ ਕਿ ਹੁਣ ਯੁੱਧ ਦਾ ਅੰਤ ਬਣਿਆ ਹੈ। ਬ੍ਰਿਜਨਾਥ ਲੁਝਾਨ ਕੋ ਘਾਤ। ਬੀਰਜਨਾਥ ਨੂੰ ਮਾਰਨ ਦਾ ਇਹ ਹੁਣ ਯੁੱਧ ਬਣਿਆ ਹੈ। ਇਹ ਯੁੱਧ ਵਿੱਚ ਬੀਰਜਨਾਥ ਨੂੰ ਮਾਰ ਕੇ ਯੁੱਧ ਫਤਿਹ ਕਰ ਲੈਣਾ ਹੈ। ਐਸਾ ਮਨ ਵਿੱਚ ਵਿਚਾਰ ਕਰਕੇ ਸਰਬਲੋ ਭਗਵਾਨ ਜੀ ਨੇ ਬੀਰਜਨਾਥ ਰਚਿਓ ਸੁਧਾਰ ਕੈ। ਹਾਂ, ਬੀਰਜਨਾਥ ਜਿਹੜਾ ਆਪਣਾ ਮਨੋਬਲ ਖਤਮ ਕਰਕੇ ਯੁੱਧ ਦੇ ਮੈਦਾਨ ਵਿੱਚ ਡਿੱਗ ਪਿਆ ਸੀ ਉਹਨੂੰ ਫਿਰ ਤਿਆਰ ਕੀਤਾ। ਉਹਨੂੰ ਮਨੋਬਲ ਵੀ ਦਿੱਤਾ, ਉਹਨੂੰ ਜਾਦੂ ਦੀਆਂ ਕਾਲੀਆਂ ਸ਼ਕਤੀਆਂ ਵੀ ਦਿੱਤੀਆਂ, ਸਰੀਰਕ ਬਲ ਵੀ ਦਿੱਤਾ ਤੇ ਉਹਨੂੰ ਰਚ ਦੇਣਾ ਕੀਤਾ, ਤਿਆਰ ਕਰ ਦਿੱਤਾ, ਸੁਧਾਰ ਕਰਕੇ ਐ ਚੰਗੇ ਤਰੀਕੇ ਨਾਲ ਖੜਾ ਕਰ ਦੇਣਾ ਕੀਤਾ। ਜੁਧ ਹੇਤ ਤਾਹੁ ਪਰਾਜਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਯੁੱਧ ਫਤਿਹ ਕਰਨ ਵਾਸਤੇ ਸਰਬਲੋ ਭਗਵਾਨ ਨੇ ਬੀਰਜਨਾਥ ਨੂੰ ਫਿਰ ਪੈਦਾ ਕਰ ਲਿਆ। ਖੇਡਾਂ ਖੇਡਦੇ ਪਏ ਨੇ ਜਿੱਦਾਂ ਬਾਲਕ ਇੱਕ ਵਾਰ ਮਿੱਟੀ ਦਾ ਮਕਾਨ ਬਣਾ ਕੇ ਢਾ ਲੈਂਦਾ ਫਿਰ ਬਣਾ ਲੈਂਦਾ ਖੇਡਣ ਵਾਸਤੇ। ਬੀਰਜਨਾਥ ਇੱਕ ਵਾਰ ਤੇ ਡਿੱਗ ਪਿਆ ਤੇ ਫਿਰ ਭਗਵਾਨ ਨੇ ਖੜਾ ਕਰ ਲਿਆ, ਕਿਉਂਕਿ ਇਹ ਖੇਡਦੇ ਪਏ ਹੈ ਨਾ। ਭਗਵਾਨ ਦੇ ਮਨ ਵਿੱਚ ਦ્વੈਸ਼ ਭਾਵਨਾ ਨਹੀਂ ਹੈ। ਜਿੱਥੇ ਈਰਖਾ ਹੁੰਦੀ ਹੈ ਉੱਥੇ ਵੈਰੀ ਨੂੰ ਖਤਮ ਕਰਨ ਤੱਕ ਦੀ ਦੌੜ ਹੁੰਦੀ ਹੈ ਵੀ ਵੈਰੀ ਖਤਮ ਕਰਤਾ ਗੱਲ ਮੁੱਕ ਗਈ। ਇੱਥੇ ਗੁਰੂ ਖਾਲਸਾ ਜੀ ਬੀਰਜਨਾਥ ਨੂੰ ਖਤਮ ਕਰਨ ਤੱਕ ਦੀ ਦੌੜ ਨਹੀਂ ਹੈ ਭਗਵਾਨ ਦੀ। ਇੱਥੇ ਜੋ ਵਿਸ਼ਵ ਸਮਰਾਟ ਸਰਬਲੋ ਭਗਵਾਨ ਇੱਕ ਬਾਲਕ ਵਾਂਗੂ ਖੇਡਾਂ ਖੇਡਦੇ ਪਏ ਨੇ। ਯੁੱਧ ਵਾਸਤੇ ਤਾਹੋ ਪਰਾਜਿਓ, ਤੱਤੇ ਨੂੰ ਕੰਨਾਂ ਤੇ ਹਾਹੇ ਨੂੰ ਔਂਕੜ। ਗੁਰਦੁਆਰਾ ਸ਼ਹੀਦੀ ਬਾਗ ਵਾਲੀ ਬੀੜ ਵਿੱਚ ਇਦਾਂ ਪਾਠ ਦੇਖਿਆ ਹੈ। ਤੱਤੇ ਨੂੰ ਕੰਨਾਂ ਤੇ ਹਾਹੇ ਨੂੰ ਔਂਕੜ ਤਾਹੋ, ਤੇ ਅੱਗੇ ਪੱਪਾ ਰਾਰੇ ਨੂੰ ਕੰਨਾਂ, ਜੱਜਾ ਤੇ य ਨੂੰ ਘੋੜਾ। ਇਕੱਠਾ ਪਾਠ ਹੈ। ਤਾਹ ਉਪਰਾਜਿਓ, ਪੱਪੇ ਨੂੰ ਔਂਕੜ ਨਹੀਂ ਹੈ, ਹਾਹੇ ਨੂੰ ਹੈ, ਹਾਹੇ ਨੂੰ ਸਿਹਾਰੀ ਨਹੀਂ ਹੈ। ਤਾਹ ਮੈਨੇ ਤਿਸ ਨੂੰ ਉਪਰਾਜਿਓ, ਮੈਨੇ ਪੈਦਾ ਕਰ ਦੇਣਾ ਕੀਤਾ। ਪਰਾਸ਼ਰਮ ਸਮਰਨ ਨਿਵਾਜਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਯੁੱਧ ਦੇ ਮੈਦਾਨ ਵਿੱਚ ਜੋ ਬੀਰਜਨਾਥ ਨੂੰ ਕਸ਼ਟ ਪ੍ਰਾਪਤ ਹੋਇਆ ਸੀ, ਪਹਿਲਾਂ ਤੇ ਉਹਨੂੰ ਕਸ਼ਟ ਦਿੱਤਾ। ਪਰਾਸ਼ਰਮ ਮੈਨੇ ਹੁੰਦਾ ਕਸ਼ਟ। ਯੁੱਧ ਦੇ ਮੈਦਾਨ ਵਿੱਚ ਪਹਿਲਾਂ ਕਸ਼ਟ ਦਿੱਤਾ ਤੇ ਫਿਰ ਉਹਨੂੰ ਜੰਗ ਦੇ ਮੈਦਾਨ ਵਿੱਚ ਨਵਾਜ ਦਿੱਤਾ, ਉਹਨੂੰ ਤਿਆਰ ਕਰ ਦਿੱਤਾ। ਪਰਾਸ਼ਰਮ ਪਹਿਲੇ ਉਹਨੂੰ ਕਸ਼ਟ ਦੇ ਕਰਕੇ ਫਿਰ ਜੰਗ ਦੇ ਮੈਦਾਨ ਵਿੱਚ ਉਹਨੂੰ ਨਵਾਜਿਓ, ਤਿਆਰ ਕੀਤਾ, ਆਪਣੇ ਸਾਹਮਣੇ ਖੜਾ ਕਰ ਲੈਣਾ ਕੀਤਾ। ਬੀਰਜਨਾਥ ਤੌਨ ਨਿਮਿਤ ਹੈ। ਹਾਂ, ਕਿਉਂਕਿ ਭਗਵਾਨ ਨੇ ਜਾਣਿਆ ਕਿ ਜਿਹੜਾ ਇਹ ਯੁੱਧ ਚੱਲ ਰਿਹਾ ਹੈ ਤੌਨ ਤਿਸ ਯੁੱਧ ਦਾ ਜੋ ਅੰਤ ਹੈ ਉਹ ਬੀਰਜਨਾਥ ਹੈ। ਯੁੱਧ ਦਾ ਅੰਤ ਬੀਰਜਨਾਥ ਨੂੰ ਜਾਣਿਆ। ਤੌਨ ਨਿਮਿਤ, ਤੌਨ ਤਿਸ ਯੁੱਧ ਦਾ ਅੰਤ ਜਾਣ ਕਰਕੇ, ਤੌਨ ਤਿਸ ਯੁੱਧ ਦੇ ਨਿਮਿਤ ਵਾਸਤੇ, ਤਿਸ ਯੁੱਧ ਦਾ ਅੰਤ ਕਰਨ ਵਾਸਤੇ ਸਰਬਲੋ ਭਗਵਾਨ ਨੇ ਬੀਰਜਨਾਥ ਨੂੰ ਪੈਦਾ ਕਰਨਾ ਕੀਤਾ ਏ। ਉਪਰਾਜ ਤਾਹੇ ਅਨਿਤ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਅਨਿਤ ਹੈ, ਪਹਿਲਾਂ ਨਾਸ਼ਵਾਨ ਕਰਕੇ ਤੇ ਤਾਹੇ ਤਿਸ ਬੀਰਜਨਾਥ ਨੂੰ
ਭਗਵਾਨ ਨੇ ਫਿਰ ਉਪਰਾਜ ਪੈਦਾ ਕਰ ਲੈਣਾ ਕੀਤਾ ਹੈ। ਅਨਿਤ ਹੈ, ਅਨਿਤ ਮੈਨੇ ਜਿਹੜਾ ਨਿਤ ਨਾ ਹੋਵੇ, ਭਾਵ ਮਰਿਆ ਹੋਇਆ। ਜੋ ਮਰਿਆ ਹੋਇਆ ਬਿਰਜਨਾਦ ਹੈ, ਜੋ ਨਾਸ਼ਵੰਤ ਹੋਇਆ ਬਿਰਜਨਾਦ ਹੈ। ਉਹ ਡਿੱਗੇ ਹੋਏ ਬਿਰਜਨਾਦ ਨੂੰ ਉਪਰਾਜ ਮੈਨੇ ਪੈਦਾ ਕਰ ਲੈਣਾ ਕੀਤਾ। ਤਾਹੇ ਤਿਸ ਬਿਰਜਨਾਦ ਨੂੰ ਪੈਦਾ ਕੀਤਾ। ਕਿਉਂ ਕੀਤਾ? ਕਿਉਂਕਿ ਤੌਣ ਤਿਸ ਜੰਗ ਦੇ ਨਿਮਿਤ ਵਾਸਤੇ, ਤਿਸ ਜੰਗ ਦੇ ਅੰਤ ਕਰਨ ਦੇ ਨਿਮਿਤ ਕਹੀਏ ਵਾਸਤੇ ਬਿਰਜਨਾਦ ਨੂੰ ਪੈਦਾ ਕੀਤਾ ਹੈ। ਪਹਿਲਾਂ ਕਸ਼ਟ ਦੇ ਕੇ ਫਿਰ ਜੰਗ ਦੇ ਮੈਦਾਨ ਵਿੱਚ ਨਿਵਾਜਣਾ ਕੀਤਾ ਏ। ਬਹੁ ਕਾਲ ਤਾਂ ਸੰਗ ਰੂਜਿਓ, ਹਾਂ ਬਹੁਤਾ ਸਮਾਂ ਤਿਸ ਦੇ ਨਾਲ ਜੰਗ ਦੇ ਮੈਦਾਨ ਵਿੱਚ ਭਿੜੇ ਹਨ। ਸੁਰ ਅਸੁਰ ਬਹੁ ਰਨ ਜੂਝਿਓ, ਹਾਂ ਬਹੁ ਕਾਲ ਬਹੁਤੇ ਸਮੇਂ ਤੋਂ ਤਾਂ ਸੰਗ ਤਿਸ ਦੇ ਨਾਲ, ਤਿਸ ਬਿਰਜਨਾਥ ਦੇ ਨਾਲ ਰੂਜਿਓ ਮੈਨੇ ਜੂਝਦੇ ਆ ਰਹੇ ਨੇ ਸਰਬਲੋ ਭਗਵਾਨ ਜੀ। ਕਿ ਸੁਰ ਅਸੁਰ ਬਹੁ ਐਸਾ ਕਮਸਾਨ ਦਾ ਯੁੱਧ ਲੰਮੇ ਕਾਲ ਤੋਂ ਹੋ ਰਿਹਾ ਹੈ, ਬਹੁ ਲੰਮੇ ਕਾਲ ਤੋਂ। ਬਹੁਤੇ ਦੇਵਤੇ ਦੈਂਤ ਇਸ ਯੁੱਧ ਦੇ ਮੈਦਾਨ ਵਿੱਚ ਜੂਝਿਓ ਸ਼ਹੀਦ ਹੋਏ ਨੇ। ਬੜੇ ਲੰਮੇ ਸਮੇਂ ਤੋਂ ਇਹ ਬਿਰਜਨਾਦ ਭਗਵਾਨ ਦੇ ਨਾਲ ਫਸਦਾ ਆ ਰਿਹਾ ਸੀ। ਇਸ ਦੇ ਜੰਗ ਨੂੰ ਫਤਿਹ ਕਰਨ ਵਾਸਤੇ ਅਨਿਤ ਹੈ ਜੋ ਬਿਰਜਨਾਦ ਡਿੱਗਾ ਪਿਆ ਹੈ, ਮਰਿਆ ਪਿਆ ਹੈ, ਨਾਸ਼ਵੰਤ ਹੋਇਆ ਪਿਆ ਹੈ। ਤਾਹੇ ਉਪਰਾਜੀ, ਤਾਹੇ ਉਪਰਾਜ ਤਿਸ ਨੂੰ ਪੈਦਾ ਕੀਤਾ ਹੈ ਬਿਰਜਨਾਦ ਦੇ ਤਾਈ। ਕਿਉਂ ਪੈਦਾ ਕੀਤਾ ਹੈ? ਬਿਰਜਨਾਦ ਤੌਣ ਨਿਮਿਤ ਹੈ। ਬਿਰਜਨਾਦ ਤੌਣ ਤਿਸ ਜੰਗ ਦਾ ਅੰਤ ਹੈ। ਤਿਸ ਜੰਗ ਦਾ ਅੰਤ ਕਰਨ ਦੇ ਨਿਮਿਤ ਕਹੀਏ ਵਾਸਤੇ ਉਪਰਾਜ ਤਾਹੇ ਤਿਸ ਬਿਰਜਨਾਦ ਨੂੰ ਪੈਦਾ ਕੀਤਾ ਹੈ। ਅਨਿਤ ਹੈ ਜੋ ਮਰਿਆ ਹੋਇਆ ਪਿਆ ਸੀ। ਬੜੇ ਕਾਲ ਤੋਂ ਇਹ ਸਰਬਲੋ ਭਗਵਾਨ ਦੇ ਨਾਲ ਫਸਿਆ ਆ ਰਿਹਾ ਸੀ। ਬੜੇ ਦੇਵਤੇ ਦੈਂਤ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਨ। ਹੁਣ ਸਰਬਲੋ ਭਗਵਾਨ ਇਹਨੂੰ ਉਦਾਂ ਕਿੱਦਾਂ ਜਾਣ ਦਿੰਦੇ? ਇਹਨੂੰ ਮਾਰ ਕੇ ਤੇ ਚੰਗੇ ਤਰੀਕੇ ਨਾਲ ਜੰਗ ਦਾ ਅੰਤ ਕਰਨਾ ਸੀ। ਇਸ ਲਈ ਭਗਵਾਨ ਜੀ ਖੇਡਾਂ ਖੇਡਦੇ ਪਏ ਹਨ। ਨਿਵਾਰ ਗਰਭ ਸੁਰਾਸੁਰੰ, ਹਾਂ ਸਾਰੇ ਦੇਵਤੇ ਤੇ ਦੈਂਤ ਜਿਹੜੇ ਹੰਕਾਰੀ ਸੀ। ਦੇਵਤੇ ਕਹਿੰਦੇ ਸੀ ਦੈਂਤਾਂ ਨੂੰ ਅਸੀਂ ਕੀ ਜਾਣਦੇ, ਦੈਂਤ ਕਹਿੰਦੇ ਦੇਵਤਿਆਂ ਨੂੰ ਕੀ ਜਾਣਦੇ। ਉਹਨਾਂ ਸਾਰਿਆਂ ਦੇ ਹੰਕਾਰ ਨੂੰ ਦੂਰ ਕਰਕੇ ਉਤਰ ਓਜ ਚਰਾਚਰੰ, ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਜੜ ਚੇਤਨਾ ਦਾ ਓਜ ਕਹੀਏ ਬਲ ਉਤਰ ਗਿਆ ਨਾ, ਜਦੋਂ ਉਹਨਾਂ ਦਾ ਬਲ ਥੱਕ ਗਿਆ, ਓਜ ਮੈਨੇ ਬਲ, ਬਲ ਦਾ ਜਿਹੜਾ ਮਾਨ ਉਹਨਾਂ ਨੂੰ ਚੜਿਆ ਸੀ ਉਹਨਾਂ ਦੇ ਦਿਮਾਗ ਨੂੰ, ਜਦੋਂ ਆਪਣੀ ਸ਼ਕਤੀ ਦਾ ਮਾਨ ਸਿਰ ਨੂੰ ਚੜ ਜਾਵੇ ਨਾ ਉਦੋਂ ਸਿਰ ਘੁੰਮ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੜ ਚੇਤਨ ਜੀਵਾਂ ਨੂੰ, ਦੇਵਤਿਆਂ ਦੈਂਤਾਂ ਨੂੰ ਜਿਹੜਾ ਆਪਣੇ ਬਲ ਦਾ ਮਾਨ ਚੜਿਆ ਸੀ ਨਾ ਉਹਨਾਂ ਦੇ ਸਿਰ ਨੂੰ, ਜਦੋਂ ਉਤਰ ਮੈਨੇ ਉਤਰ ਗਿਆ ਪੁਨ ਲੀਨ ਸਗਲ ਜਗਤਰ ਕੈ। ਹਾਂ ਫਿਰ ਸਾਰੇ ਜੜ ਚੇਤਨ ਦੇਵਤੇ ਦੈਂਤ ਜੀਵਾਂ ਨੂੰ ਸਰਬਲੋ ਭਗਵਾਨ ਨੇ ਆਪਣੇ ਵਿੱਚ ਲੀਨ ਕਰ ਲੈਣਾ ਕੀਤਾ। ਆਪ ਲੜਤ ਆਪ ਚਰਿਤਰ ਕੈ, ਹੁਣ ਆਪ ਕੌਤਕ ਕਰਕੇ ਲੜਦੇ ਪਏ ਹਨ। ਬਿਰਜਨਾਦ ਡਿੱਗ ਪਿਆ ਏ, ਫਿਰ ਪੈਦਾ ਕਰ ਲਿਆ ਹੈ। ਖੇਡਾਂ ਖੇਡਦੇ ਪਏ ਹਨ, ਆਪ ਕੌਤਕ ਕਰਕੇ ਲੜਦੇ ਪਏ ਨੇ। ਪੁਨ ਲੀਨ ਸਗਲ ਜਗਤਰ ਕੈ, ਅਬ ਲੜਤ ਆਪ ਚਰਿਤਰ ਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।